50 ਸਾਲ ਦੀ ਉਮਰ 'ਚ ਹੀ ਜਵਾਨ ਨੂੰ ਦਿਲ ਦਾ ਅਟੈਕ ਹੋਇਆ। ਮਰਦਾ ਮਰਦਾ ਉਹ ਬਚਿਆ। ਕਹਿੰਦਾ ਜਿਸ ਵੇਲੇ ਮੈਂ ਇੰਗਲੈਂਡ ਆਇਆ ਤੇ ਆਪਣੀ ਬੀਵੀ ਨੂੰ ਬਹੁਤ ਜਲਦੀ ਮੈਂ ਇੱਥੇ ਮੰਗਾ ਲਿਆ ਸੀ। ਕਹਿੰਦਾ ਫਿਰ ਅਸਾਂ ਫੁੱਲ ਯੈਸ਼ੀ ਕੀਤੀ ਹੈ। ਯੂਰਪ ਦਾ ਕੋਈ ਐਸਾ ਮੁਲਕ ਨਹੀਂ ਜਿਹੜਾ ਅਸੀਂ ਨਹੀਂ ਫਿਰੇ ਆ। ਤੁਰਕੀ ਗਿਆ, ਦੁਬਈ ਗਿਆ, ਕਹਿੰਦਾ ਸਾਰਾ ਕੁਝ ਫਿਰ ਕੇ ਆਪਣੇ ਚਾਅ ਲਾਏ ਨੇ। ਕਹਿੰਦਾ ਪਹਿਲਾਂ ਤੇ ਪੂਰੀ ਯੈਸ਼ੀ ਕਰਦੇ ਰਹੇ। ਜਿਸ ਵੇਲੇ ਬੱਚੀ ਹੋਈ ਹੈ, ਕਹਿੰਦਾ 5-6 ਸਾਲਾਂ ਦੀ ਹੋਈ ਹੈ, ਫਿਰ ਵੀ ਅਸੀਂ ਸਟਾਪ ਨਹੀਂ ਹੋਏ, ਫਿਰ ਵੀ ਅਸੀਂ ਫਿਰਨ ਟੁਰਨ ਜਾਂਦੇ ਰਹੇ। ਲੇਕਿਨ ਬੱਚੀ ਜਿਹੜੀ ਹੈ ਸਾਡੇ ਗੁਆਂਢੀ ਜਿਹੜੇ ਨੇ ਉਹ ਵੀ ਪਾਕਿਸਤਾਨੀ ਸੀ। ਅਸੀਂ ਉਹਨਾਂ ਕੋਲ ਛੱਡ ਜਾਂਦੇ ਸਾਂ ਤੇ ਆਪੋ ਅਸੀਂ ਫਿਰਨ ਟੁਰਨ ਨਿਕਲ ਜਾਂਦੇ ਸਾਂ। ਕਹਿੰਦਾ ਉਮਰੇ ਵੀ ਬਹੁਤ ਜ਼ਿਆਦਾ ਅਸੀਂ ਦੋਵਾਂ ਨੇ ਕੀਤੇ ਨੇ, ਲੇਕਿਨ ਬੱਚੀ ਨੂੰ ਅਸੀਂ ਕਦੇ ਵੀ ਨਾਲ ਨਹੀਂ ਸੀ ਲੈ ਕੇ ਗਏ। ਕਹਿੰਦਾ ਉਹ ਗੁਆਂਢੀਆਂ ਦੇ ਘਰ ਹੀ ਰਹਿੰਦੀ ਸੀ। ਕਹਿੰਦਾ ਕੁਛ ਵੇਲੇ ਵਾਪਸ ਆਉਂਦਾ, ਆ ਕੇ ਆਪਣੇ ਕੰਮਾਂ 'ਚ ਮਸਰੂਫ ਹੋ ਜਾਂਦਾ। ਬੱਚੀ ਵੱਲ ਤੇ ਮੈਂ ਗੌਰ ਹੀ ਨਹੀਂ ਕੀਤਾ। ਮੈਂ ਤੇ ਆਹੀ ਸੋਚਦਾ ਸਾਂ ਕਿ ਚਲੋ ਮੇਰੀ ਜਨਾਨੀ ਹੈ, ਉਹ ਧਿਆਨ ਪੀ ਰੱਖਦੀ ਹੈ। ਕਹਿੰਦਾ ਜੂੰ ਬੱਚੀ ਵੱਡੀ ਹੋਈ ਹੈ, 10-12 ਸਾਲ ਦੀ ਹੋਈ ਹੈ ਤੇ ਰਾਤੀ ਉਹ ਲੇਟ ਆਉਣਾ ਘਰ ਸ਼ੁਰੂ ਹੋ ਗਈ। ਮੈਂ ਅਕਸਰ ਆਖਦਾ ਸੀ ਕਿ ਲੇਟ ਆਉਂਦੀ ਹੈ। ਕਹਿੰਦਾ ਕੋਈ ਨਹੀਂ ਮਸਲਾ ਗੁਆਂਢੀਆਂ ਦੇ ਘਰ ਸੀ। ਕਹਿੰਦਾ ਕਿਉਂਕਿ ਅੱਗੇ ਵੀ ਉਹ ਜਾਂਦੀ ਰਹਿੰਦੀ ਸੀ ਤੇ ਮੈਂ ਜ਼ਿਆਦਾ ਗੌਰ ਨਹੀਂ ਕੀਤਾ। ਕਹਿੰਦਾ ਅੱਗੋਂ ਅੰਮਾ ਦਾ ਕਾਰਡ ਲੈ ਜਾਂਦੀ ਸੀ ਬੈਂਕ ਦਾ, ਉਹਦੇ ਤੋਂ ਜਾ ਕੇ ਬਾਹਰੋਂ ਸਿਗਰਟ ਵਗੈਰਾ ਲੈ ਲੈਂਦੀ ਸੀ ਤੇ ਕੋਈ ਹੋਰ ਚੀਜ਼ਾਂ ਖਾਣ ਵਾਲੀਆਂ ਤੇ ਆਸਤਾ ਆਸਤਾ ਜਿਹੜਾ ਉਹ ਸ਼ਰਾਬ ਵੀ ਪੀਣ ਲੱਗ ਪਈ ਜਿਉਂ ਉਮਰ ਉਹਦੀ ਜ਼ਿਆਦਾ ਹੋਈ। ਕਹਿੰਦਾ ਜਿਉਂ ਹੀ 16 ਸਾਲ ਦੀ ਹੋਈ ਤੇ ਉਹ ਰਾਤੀ ਜਿਹੜਾ ਘਰ ਹੀ ਕੋਈ ਸੀ ਆਉਂਦੀ, 2-3 ਵੱਜ ਜਾਂਦੇ ਸੀ ਸੁਬਾਹ ਜਿਸ ਟਾਈਮ ਉਹ ਘਰ ਆਉਂਦੀ ਸੀ ਤੇ ਆ ਕੇ ਸਿੱਧੀ ਆ ਕੇ ਬੈੱਡ ਤੇ ਟਹਿ ਰਹਿੰਦੀ ਸੀ। ਕਹਿੰਦਾ ਮੈਂ ਸੁੱਤਿਆ ਦਾ ਮੈਨੂੰ ਕੋਈ ਪਤਾ ਨਹੀਂ ਕੀ ਕਰਕੇ ਆਈ ਹੈ ਕੀ ਨਹੀਂ। ਕਹਿੰਦਾ ਲੇਕਿਨ ਸ਼ਰਾਬ ਫੁੱਲ ਪੀਂਦੀ ਸੀ, ਇਸ ਚੀਜ਼ ਦਾ ਮੈਨੂੰ ਪਹਿਲਾਂ ਨਹੀਂ ਸੀ ਪਤਾ। ਕਹਿੰਦਾ ਇੱਕ ਦਿਨ ਜਿਹੜਾ ਮੈਂ ਉੱਠਿਆ ਦੇਖਿਆ ਤੇ ਉਹ ਆਵੇ ਪੀ ਬਾਹਰੋਂ ਤੇ ਢਹਿੰਦੀ ਡਿੱਗਦੀ। ਕਹਿੰਦਾ ਇਸ ਵੇਲੇ ਮੈਨੂੰ ਉਹਦੇ ਕੋਲ ਸਮੈਲ ਆਈ ਤੇ ਮੈਂ ਕਹਿੰਦਾ ਬੜਾ ਪਰੇਸ਼ਾਨ ਹੋ ਗਿਆ। ਮੈਂ ਜਨਾਨੀ ਨੂੰ ਆਖਿਆ ਕਿ ਇਹ ਕੀ ਕਰਨ ਲੱਗੀ ਹੈ, ਸ਼ਰਾਬ ਪੀਂਦੀ ਹੈ, ਤੂੰ ਮੈਨੂੰ ਦੱਸਿਆ ਨਹੀਂ ਹੈ। ਕਹਿੰਦਾ ਨਹੀਂ ਕਦੇ ਕਦੇ ਦੋਸਤਾ ਜਿਹੜਾ ਜ਼ਬਰਦਸਤੀ ਇਹਨੂੰ ਪਿਲਾ ਦੇ। ਕਹਿੰਦਾ ਮੈਂ ਕਿਹਾ ਇਹਨੂੰ ਸਮਝਾ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਨਾ ਕਰੇ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਜਨਾਨੀ ਆਂਦੀ ਹੈ ਕਿ ਠੀਕ ਹੈ ਮੈਂ ਸਮਝਾ ਦਿਆਂਗੀ। ਕਹਿੰਦਾ ਬਹਰਹਾਲ ਉਹ ਲੰਮੀ ਪੈ ਰਹੀ। ਕਹਿੰਦਾ ਮੈਂ ਵੀ ਅੱਗੂ ਜਿਹੜਾ ਇਸ ਗੱਲ ਨੂੰ ਭੁੱਲ ਗਿਆ। ਕਹਿੰਦਾ ਇਸ ਵੇਲੇ 18-19 ਸਾਲ ਦੀ ਹੋਈ ਹੈ ਤੇ ਉਹ ਸਾਰੀਆਂ ਲਿਮਟਾਂ ਹੀ ਕ੍ਰਾਸ ਕਰ ਗਈ, ਹੋਰ ਛੱਡ ਕੇ ਤੇ ਘਰ ਹੀ ਆ ਕੇ ਦੋਸਤਾਂ ਨਾਲ ਲੰਮੀ ਪੈ ਰਹਿੰਦੀ ਸੀ ਤੇ ਮਾਂ ਨੂੰ ਸਾਰੀ ਗੱਲ ਦਾ ਪਤਾ ਸੀ ਤੇ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ। ਕਹਿੰਦਾ ਜਿਹੜੇ ਸਾਡੇ ਗੁਆਂਢੀ ਨੇ ਨਾ ਉਹ ਬਜ਼ੁਰਗ ਹੋ ਗਏ ਸੀ ਤੇ ਉਹਨਾਂ ਮੈਨੂੰ ਬੁਲਾਇਆ। ਉਹਨਾਂ ਆਖਿਆ ਇੱਧਰ ਆ ਗੱਲ ਸੁਣ। ਕਹਿੰਦਾ ਮੈਂ ਜਿਸ ਵੇਲੇ ਉਹਨਾਂ ਕੋਲ ਬੈਠਾ ਉਹਨੇ ਆਖਿਆ ਪੁੱਤਰ ਗੱਲ ਸੁਣ, ਤੂੰ ਵੀ ਮੁਸਲਮਾਨ ਹੈ ਤੇ ਮੈਂ ਵੀ ਮੁਸਲਮਾਨ ਆ ਤੇ ਹੈ ਵੀ ਇੱਕੋ ਮੁਲਕ ਦੇ ਆ, ਤੈਨੂੰ ਪਤਾ ਤੇਰੀ ਕੁੜੀ ਕੀ ਕੰਮ ਕਰਦੀ ਹੈ? ਉਹਨੇ ਆਖਿਆ ਨਹੀਂ ਅੰਕਲ ਜੀ ਮੈਨੂੰ ਤਾਂ ਨਹੀਂ ਪਤਾ, ਕੋਈ ਮਾੜੇ ਮੋਟੇ ਕਰਦੀ ਹੈ। ਤੇ ਮਾਂ ਇਹਦੀ ਕਹਿੰਦੀ ਹੈ ਮੈਂ ਸਮਝਾਉਣਾ। ਆਖਿਆ ਪੁੱਤਰ ਮਾੜੇ ਮੋਟੇ ਨਹੀਂ ਕਰਦੀ, ਤੁਹਾਡੀ ਕੁੜੀ ਜਿਹੜੀ ਹੈ ਬਹੁਤ ਜ਼ਿਆਦਾ ਕ੍ਰਾਸ ਕਰ ਗਈ ਹੈ ਸਾਰੀਆਂ ਲਿਮਟਾਂ ਤੇ ਤੂੰ ਹੁਣ ਹੀ ਇਹਨੂੰ ਕਾਬੂ ਕਰਨਾ ਤੇ ਕਰ ਲੈ, ਨਹੀਂ ਤੇ ਤੇਰੇ ਹੱਥੋਂ ਨਿਕਲ ਗਈ ਹੈ, ਤੇਰੀ ਵੀ ਬੜੀ ਜਿਹੜਾ ਬਦਨਾਮੀ ਹੋਵੇਗੀ। ਉਹਨੇ ਆਖਿਆ ਅੰਕਲ ਜੀ ਕੀ ਪਏ ਕਹਿੰਦੇ? ਉਹਨੇ ਆਖਿਆ ਪੁੱਤਰ ਇਹ ਸਾਰੇ ਕੰਮ ਕਰਦੀ, ਅਸੀਂ ਤੇ ਸਭ ਕੁਝ ਅੱਖਾਂ ਨਾਲ ਤੱਕਿਆ, ਤੇਰੀ ਜਨਾਨੀ ਸਾਰੀਆਂ ਗੱਲਾਂ ਛਪਾਉਣ ਲੱਗੀ ਹੈ, ਇਹਨੇ ਕੋਈ ਕਸਰ ਨਹੀਂ ਛੱਡੀ। ਹੁਣ 18-19 ਸਾਲਾਂ ਦੀ ਹੋ ਗਈ ਹੈ, ਬਿਹਤਰ ਇਹੀ ਹੈ ਕੋ ਮੁੰਡਾ ਤਾਕੇ ਤੇ ਇਹਦੀ ਸ਼ਾਦੀ ਕਰ ਦਿਓ। ਉਹਨੇ ਆਖਿਆ ਠੀਕ ਹੈ ਅੰਕਲ। ਕਹਿੰਦਾ ਗੱਲ ਸੁਣ ਕੇ ਘਰ ਆ ਗਿਆ। ਕਹਿੰਦਾ ਘਰ ਆ ਕੇ ਜਿਸ ਜਨਾਨੀ ਨੇ ਗੱਲ ਕੀਤੀ ਪਹਿਲਾਂ ਤੇ ਜਨਾਨੀ ਮੰਨੇ ਹੀ ਕੋਨਾ। ਕਹਿੰਦਾ ਫਿਰ ਬਾਅਦ ਚੋਂ ਮੰਨ ਗਈ। ਬਿਲਕੁਲ ਜਿਹੜਾ ਇਹਦੀਆਂ ਹਰਕਤਾਂ ਨਹੀਂ ਠੀਕ। ਕਈ ਵਾਰੀ ਤੇ 500-500 ਪਾਉਂਡ ਜਿਹੜਾ ਮੇਰੇ ਕਾਰਡ ਚੋਂ ਮਾਰ ਕੇ ਤੇ ਖਰਚ ਕਰ ਕੇ ਆਈ। ਕਹਿੰਦਾ ਮੈਂ ਮੱਥੇ ਤੇ ਹੱਥ ਮਾਰਨ ਲੱਗ ਪਿਆ, ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਕਹਿੰਦੇ ਬਹੁਤ ਜ਼ਿਆਦਾ ਖਰਚਾ ਕਰਦੀ ਹੈ ਤੇ ਕਹਿੰਦਾ ਅਕਸਰ ਮੈਂ ਇਹਨੂੰ ਆਖਦਾ ਕਿ ਤੇਰੇ ਅਕਾਊਂਟ 'ਚ ਪੈਸੇ ਸੀ ਤੇ ਕਿੱਧਰ ਗਏ ਨੇ, ਲੇਕਿਨ ਮੇਰੇ ਤੂੰ ਇਹ ਛੁਪਾ ਲੈਂਦੀ ਸੀ ਕਿ ਇੱਧਰ ਮੈਂ ਲਾ ਦਿੱਤੇ ਉੱਧਰ ਲਾ ਦਿੱਤੇ। ਕਹਿੰਦਾ ਮੈਨੂੰ ਅਸਲ ਗੱਲ ਨਹੀਂ ਸੀ ਦੱਸਦੀ। ਹੁਣ ਦੱਸੀ ਉਸ ਕਿ ਅਸਲ ਗੱਲ ਇਹ ਹੈ ਕਿ ਕੁੜੀ ਜਿਹੜਾ ਕਾਰਡ ਲੈ ਜਾਂਦੀ ਆਪੂ ਤਾਂ ਕੰਮ ਕੋਈ ਨਹੀਂ ਸੀ ਕਰਦੀ ਤੇ ਉਹ ਜਿਹੜਾ ਮਾਂ ਦੇ ਅਕਾਊਂਟ 'ਚੋਂ ਪੈਸੇ ਲਾਉਂਦੀ ਰਹਿੰਦੀ ਸੀ। ਕਹਿੰਦਾ ਬੜੀ ਪਰੇਸ਼ਾਨੀ ਬੜੀ। ਕਹਿੰਦਾ ਮੈਂ ਕੁੜੀ ਨੂੰ ਆਖਿਆ ਕਿ ਤੂੰ ਮੁੜ ਜਾ, ਇਸ ਤਰ੍ਹਾਂ ਦੇ ਕੰਮ ਨਾ ਕਰ। ਕਹਿੰਦਾ ਉਹਨੇ ਅੱਗੋਂ ਕਿਸੇ ਗੱਲ ਤੇ ਮੇਰੀ ਵੱਲ ਗੌਰ ਨਾ ਕੀਤਾ। ਉਹਨੇ ਇਹ ਸਮਝਿਆ ਕਿ ਮੈਂ ਕੋਈ ਗੱਲ ਕੀਤੀ ਕੋ ਨਹੀਂ। ਕਹਿੰਦਾ ਪਰ ਮੈਂ ਪਰੇਸ਼ਾਨ ਹੋ ਗਿਆ। ਕਹਿੰਦਾ ਮੈਂ ਇਹ ਸੋਚਿਆ ਆਪਣੇ ਭਰਾ ਨਾਲ ਪਾਕਿਸਤਾਨ ਗੱਲ ਕੀਤੀ ਕਿ ਇਸ ਤਰ੍ਹਾਂ ਮੇਰੀ ਕੁੜੀ ਹੈ, ਮੈਂ ਉਹਨੂੰ ਲੈ ਕੇ ਪਾਕਿਸਤਾਨ ਆਉਣਾ, ਮੇਰਾ ਦਿਲ ਹੈ ਕਿ ਤੇਰੇ ਮੁੰਡੇ ਨਾਲ ਉਹਦਾ ਵਿਆਹ ਕਰਾ ਦੇ। ਕਹਿੰਦਾ ਭਰਾ ਬੜਾ ਖੁਸ਼ ਹੋ ਗਿਆ, ਚਲੋ ਮੁੰਡਾ ਤੇ ਪਾਕਿਸਤਾਨ ਹੀ ਹੁੰਦਾ ਤੇ ਇੰਗਲੈਂਡ ਟੁਰ ਜਾਏਗਾ। ਕਹਿੰਦਾ ਅੱਗੋਂ ਕੁੜੀ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਅਸੀਂ ਪਾਕਿਸਤਾਨ ਜਾਣਾ। ਕਹਿੰਦਾ ਇੱਕ ਵਾਰੀ ਵੀ ਉਹਨੂੰ ਮੈਂ ਪਾਕਿਸਤਾਨ ਨਹੀਂ ਸੀ ਲੈ ਕੇ ਗਿਆ। ਕਹਿੰਦਾ ਉਹ ਪੱਕੀ ਇੱਥੇ ਹੀ ਰਹਿੰਦੇ ਸੀ, ਅਸੀਂ ਆਪੂ ਜਾਂਦੇ ਰਹਿੰਦੇ ਸਾਂ, ਸਾਰੇ ਕਿਰੇ ਫਿਰੇ ਟੁਰੇ ਸਾਂ, ਲੇਕਿਨ ਕੁੜੀ ਨੂੰ ਅਸੀਂ ਕਦੇ ਨਹੀਂ ਸੀ ਲੈ ਕੇ ਗਏ। ਕਹਿੰਦਾ ਕੁੜੀ ਨੂੰ ਆਖਿਆ ਤੈਨੂੰ ਪਾਕਿਸਤਾਨ ਖੜਨਾ, ਉਹ ਕਹਿੰਦੀ ਆ ਮੈਂ ਪਾਕਿਸਤਾਨ ਨਹੀਂ ਜਾਣਾ। ਕਹਿੰਦਾ ਉਹਨੂੰ ਜਿਸ ਵੇਲੇ ਢੇਰ ਮਜਬੂਰ ਕੀਤਾ ਉਹ ਕਿਸੇ ਗੱਲ ਤੇ ਨਾ ਆਵੇ। ਕਹਿੰਦਾ ਉਹਨੂੰ ਕੋਈ ਲਾਲਚ ਦਿੱਤੀ, ਕੋਈ ਪੈਸਿਆਂ ਦੀ ਹੋਰ ਕੋਈ ਲਾਲਚ ਦਿੱਤੀ। ਕਹਿੰਦਾ ਫਿਰ ਉਹ ਰਾਜ਼ੀ ਹੋ ਗਈ। ਕਹਿੰਦੀ ਅੱਛਾ ਮੈਂ ਆਪਣੀ ਦੋਸਤ ਨੂੰ ਵੀ ਨਾਲ ਲੈ ਕੇ ਜਾਣਾ। ਦੋਸਤ ਨੂੰ ਤੂੰ ਨੈਕਸਟ ਟਾਈਮ ਲੈ ਜੀ, ਪਹਿਲਾਂ ਆਪੂ ਜਾ, ਜੇ ਤੈਨੂੰ ਪਸੰਦ ਆਇਆ ਪਾਕਿਸਤਾਨ ਫਿਰ ਤੂੰ ਜਿਹੜਾ ਨਾ ਆਪਣੀ ਦੋਸਤ ਨੂੰ ਲੈ ਜੀ। ਕਹਿੰਦਾ ਉਹਨੂੰ ਬੜੀ ਮੁਸ਼ਕਿਲ ਨਾਲ ਰਾਜ਼ੀ ਕੀਤਾ। ਕਹਿੰਦੀ ਠੀਕ ਹੈ ਤੁਸੀਂ ਟਿਕਟ ਕਰਾ ਲਓ ਤੇ ਮੈਂ ਪਾਕਿਸਤਾਨ ਲੱਗੀ ਜਾਨੀ ਆ। ਕਹਿੰਦਾ ਅੱਗੋਂ ਨੂੰ ਤਿਆਰ ਕੀਤਾ ਰਾਜ ਬੜੇ ਪਿਆਰ
ਪਿਆਰ ਮੁਹੱਬਤ ਨਾਲ ਖੜਿਆ। ਕਹਿੰਦਾ ਅਗਲੀ ਤੇ ਪਲਾਨਿੰਗ ਜਿਹੜੀ ਹੈ ਮੈਂ ਸਾਰੀ ਕੀਤੀ ਸੀ, ਆਪਣੇ ਭਰਾ ਦੇ ਮੁੰਡੇ ਨਾਲ ਨਿਕਾਹ ਕਰਾਉਣਾ ਸੀ। ਕਹਿੰਦਾ ਜਿਉਂ ਹੀ ਉੱਥੇ ਗਿਆ ਸਿੱਧੇ ਉਹਨਾਂ ਦੇ ਘਰ, ਕਹਿੰਦਾ ਉਹਨਾਂ ਵੀ ਬੜਾ ਚਾਅ ਕੀਤਾ। ਉਹਨਾਂ ਜ਼ਾਹਿਰੀ ਗੱਲ ਹੈ ਕੁੜੀ ਨਾਲ ਜੇ ਸ਼ਾਦੀ ਕਰਨੀ ਸੀ ਮੈਂ ਤੇ ਕਹਿੰਦਾ ਅੱਗੋਂ ਇੰਗਲੈਂਡ ਉਹਨਾਂ ਨੇ ਸੋਚਿਆ ਸੀ ਕਿ ਮੁੰਡੇ ਨੂੰ ਲੈ ਆਵਾਂਗੇ। ਕਹਿੰਦਾ ਬਹਰਹਾਲ ਜਿਸ ਵੇਲੇ ਉਹਨਾਂ ਦੇ ਘਰ ਗਏ, ਖਾਧਾ ਪੀਤਾ, ਬਹਿ ਕੇ ਕਹਿੰਦਾ ਕੁੜੀ ਜਿਹੜੀ ਹੈ ਉੱਥੇ ਬਹਿ ਰਹੀ। ਕਹਿੰਦਾ ਕੁੜੀ ਤਾਂ ਜ਼ਾਹਿਰੀ ਗੱਲ ਹੈ ਸਿਗਰਟ ਪੀਂਦੀ ਸੀ ਤੇ ਉਹਨੂੰ ਸਮਝਾਇਆ ਕਿ ਸਾਰਿਆਂ ਦੇ ਸਾਹਮਣੇ ਤੂੰ ਸਿਗਰਟ ਨਹੀਂ ਪੀਣਾ। ਕਹਿੰਦਾ ਸਾਈਡ ਤੇ ਜਾ ਕੇ ਸਿਗਰਟ ਪੀਂਦੀ, ਲੇਕਿਨ ਤੁਹਾਨੂੰ ਪਤਾ ਹੈ ਉੱਥੇ ਬੰਦੇ ਬੜੇ ਮੁਹੱਬਰ ਨੇ, ਸਾਰੀਆਂ ਗੱਲਾਂ ਸਮਝ ਜਾਂਦੇ ਨੇ ਕਿ ਕੁੜੀ ਇਸ ਤਰ੍ਹਾਂ ਸਿਗਰਟ ਪੀਂਦੀ ਹੈ। ਕਹਿੰਦਾ ਭਰਾ ਮੇਰੇ ਨੇ ਆ ਕੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਕੁੜੀ ਤੁਹਾਡੀ ਸਿਗਰਟ ਪੀਂਦੀ ਹੈ। ਕਹਿੰਦਾ ਮੈਂ ਕਿਹਾ ਜੀ ਕਦੇ ਕਦੇ ਪੀ ਲੈਂਦੀ ਹੈ, ਬਹਰਹਾਲ ਹੁਣ ਆਸਤਾ ਆਸਤਾ ਫਿਰ ਛੱਡ ਦੇਗੀ, ਜੋ ਸ਼ਾਦੀ ਕਰਾਂਗੇ। ਕਹਿੰਦਾ ਉਹਨਾਂ ਨੇ ਕਿਸੇ ਗੱਲ ਨਾਲ ਕੋਈ ਗੌਰ ਨਾ ਕੀਤਾ, ਉਹਨਾਂ ਬਸ ਆਖਿਆ ਕਿ ਨਿਕਾਹ ਕਰਨ ਵਾਲੀ ਗੱਲ ਕਰੋ। ਕਹਿੰਦਾ ਅੱਗੋਂ ਮੈਂ ਕੁੜੀ ਨੂੰ ਆਖਿਆ ਕਿ ਇਸ ਤਰ੍ਹਾਂ ਤੇਰੀ ਸ਼ਾਦੀ ਇਹਦੇ ਨਾਲ ਕਰਨੀ ਹੈ। ਪਹਿਲਾਂ ਕਹਿੰਦਾ 1-2 ਦਿਨ ਉਹਨੂੰ ਮੈਂ ਪੱਕਾ ਕੀਤਾ ਕਿ ਇਹਦੇ ਨਾਲ ਸ਼ਾਦੀ ਕਰਨੀ ਹੈ। ਕਹਿੰਦਾ ਕੁੜੀ ਕਿਸੇ ਗੱਲ ਤੇ ਹੀ ਨਾ ਆਵੇ। ਉਹਨੇ ਆਖਿਆ ਨਹੀਂ ਮੈਂ ਸ਼ਾਦੀ ਹੋਈ ਹੈ ਨਹੀਂ ਕਰਨੀ, ਨਾਲੇ ਸ਼ਾਦੀ ਮੈਂ ਉੱਥੋਂ ਕਰਾਂਗੀ ਜਾ ਕੇ, ਇੱਥੋਂ ਨਹੀਂ ਕਰਨੀ, ਇਹ ਮੈਨੂੰ ਪਸੰਦ ਨਹੀਂ ਹੈ। ਕਹਿੰਦਾ ਬਹਰਹਾਲ 2-3 ਦਿਨ ਆਖਦਾ ਰਿਹਾ ਲੇਕਿਨ ਕੁੜੀ ਕਿਸੇ ਗੱਲ ਤੇ ਆਵੇ ਨਾ। ਕਹਿੰਦਾ ਫਿਰ ਮੈਂ ਜ਼ਬਰਦਸਤੀ ਨੂੰ ਆਖਿਆ ਕਿ ਤੂੰ ਹੁਣ ਸ਼ਾਦੀ ਹੈ ਤੂੰ ਕਰਕੇ ਜਾਏਂਗੀ। ਕਹਿੰਦਾ ਉਹ ਰੋਣ ਲੱਗ ਪਈ, ਕਹਿੰਦੀ ਹੈ ਕਿ ਮੈਂ ਪਲੀਜ਼ ਜਾ ਕੇ ਰਿਪੋਰਟ ਕਰਾਂਗੀ ਕਿ ਤੁਸੀਂ ਮੇਰੇ ਨਾਲ ਜ਼ਬਰਦਸਤੀ ਕਰਨ ਲੱਗੇ ਹੋ। ਕਹਿੰਦਾ ਉਹਨੂੰ ਫੜ ਕੇ ਮੈਂ ਕਮਰੇ 'ਚ ਡੱਕ ਦਿੱਤਾ। ਕਹਿੰਦਾ ਜਿਸ ਵੇਲੇ ਕਮਰੇ 'ਚ ਡੱਕਿਆ ਤੇ ਮੈਂ ਜ਼ਨਾਨੀ ਨੂੰ ਮਨਾ ਕੀਤਾ ਕਿ ਤੂੰ ਇਹਨੂੰ ਕੋਈ ਖਾਣ ਪੀਣ ਵਾਸਤੇ ਨਹੀਂ ਦੇਣਾ। ਕਹਿੰਦਾ ਪੂਰੀ ਰਾਤ ਉਹ ਡੱਕੀ ਰਹੀ ਤੇ ਪੂਰੀ ਰਾਤ ਉਹਨੇ ਰੋਲਾ ਪਾਈ ਰੱਖਿਆ, ਚੀਕਾਂ ਮਾਰ ਕੇ, ਲੇਕਿਨ ਕਹਿੰਦਾ ਪੂਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਇਹਨਾਂ ਆਪਣੀ ਕੁੜੀ ਡੱਕੀ ਹੈ। ਕਹਿੰਦਾ ਸੁਬਾਹ ਆਈ ਤੇ ਅੱਗੋਂ ਕੁੜੀ ਜਿਹੜੀ ਆ ਉਹ ਮੰਨੇ ਕੋ ਨਾ। ਕਹਿੰਦਾ ਮੈਂ ਜ਼ਬਰਦਸਤੀ ਫੜ ਕੇ ਉੱਥੇ ਲੈ ਆਂਦਾ ਤੇ ਮੌਲਵੀ ਵੀ ਲੈ ਆਂਦਾ ਕਿ ਚੱਲ ਨਿਕਾਹ ਕਰਾਉਣਾ ਹੈ। ਕਹਿੰਦਾ ਕੁੜੀ ਜਿਹੜੀ ਹੈ ਉਹ ਫੇਰ ਵੀ ਕਿਸੇ ਗੱਲ ਤੇ ਨਾ ਆਵੇ। ਕਹਿੰਦਾ ਬਹਰਹਾਲ ਨਿਕਾਹ ਜਿਹੜਾ ਉਹ ਕਰਵਾ ਦਿੱਤਾ ਔਖਾ ਸੌਖਾ ਹੋ ਕੇ। ਕਹਿੰਦਾ ਇਸੇ ਨਿਕਾਹ ਹੋ ਗਿਆ, ਜ਼ਾਹਿਰੀ ਗੱਲ ਹੈ। ਕਹਿੰਦਾ ਅੱਗੋਂ ਕੁੜੀ ਕਾਬੂ ਕੋ ਨਾ ਆਵੇ, ਕਹਿੰਦੀ ਹੈ ਮੈਂ ਹੁਣ ਹੀ ਵਾਪਸ ਜਾਣਾ। ਕਹਿੰਦਾ ਮੇਰਾ ਭਰਾ ਆਂਦਾ ਕਿ ਹੁਣ ਕੀ ਕਰਨੇ, ਸਾਡੇ ਘਰ ਇਹਨੂੰ ਛੱਡ ਕੇ ਜਾਣਾ। ਉਹਨੇ ਆਖਿਆ ਗੱਲ ਸੁਣ ਆਈਏ ਤੇ ਕਾਬੂ ਨਹੀਂ ਆ ਰਹੀ, ਸਬਰ ਕਰ ਜਾ, ਆਪੇ ਆਸਤਾ ਆਸਤਾ ਠੀਕ ਹੋ ਜਾਏਗੀ। ਕਹਿੰਦਾ ਉਹ ਕੁੜੀ ਆਂਦੀ ਹੈ ਕਿ ਮੈਂ ਵਾਪਸ ਜਾਣਾ, ਹੁਣ ਹੀ ਜਾਣਾ, ਨਹੀਂ ਤੇ ਮੈਂ ਜਿਹੜਾ ਅੱਗੇ ਜਾ ਕੇ ਪੁਲਿਸ ਨੂੰ ਰਿਪੋਰਟ ਕਰਾਂਗੀ। ਉਹ ਕਹਿੰਦਾ ਅੱਗੂ ਨੇ ਢੇਰ ਡਰਾਇਆ ਸਾਨੂੰ। ਕਹਿੰਦਾ ਅੱਗੂ ਜ਼ਨਾਨੀ ਮੇਰੀ ਆਂਦੀ ਹੈ ਗੱਲ ਸੁਣੋ, ਹੁਣ ਪਤਾ ਹੈ ਉਹਨੂੰ ਲੱਗ ਗਿਆ ਕਿ ਮੇਰੀ ਸ਼ਾਦੀ ਹੋ ਗਈ ਹੈ, ਆਪੇ ਆਸਤਾ ਆਸਤਾ ਉੱਥੇ ਜਾ ਕੇ ਸਹੀ ਹੋ ਜਾਏਗੀ, ਤੁਸੀਂ ਫਿਲਹਾਲ ਇਹਨੂੰ ਛੱਡ ਦਿਓ। ਕਹਿੰਦਾ ਬਹਰਹਾਲ ਨਾ ਅਸੀਂ ਚਲੋ ਛੱਡ ਦਿੰਦੇ ਹਾਂ। ਕਹਿੰਦਾ ਜਿਸ ਵੇਲੇ ਉਹਨੂੰ ਫਿਰ ਵਾਪਸੀ ਦਾ ਜ਼ਾਰੀ ਗੱਲ ਆਖਿਆ ਠੀਕ ਹੈ ਤੈਨੂੰ ਲੈ ਜਾਵਾਂਗੇ, ਤੂੰ ਜਿਹੜਾ ਨਾ ਹੁਣ ਬਿਲਕੁਲ ਹੈ ਤੈਨੂੰ ਮਿਲਣ ਨਹੀਂ ਲਗਾ, ਤੂੰ ਜਿਹੜੇ ਦਿਹਾੜੇ ਆ ਸਾਡੇ ਨਾਲ ਰਹਿ। ਕਹਿੰਦਾ ਬਹਰਹਾਲ ਸਾਡੇ ਨਾਲ ਨਾਰਾਜ਼ ਹੀ ਰਹੀ। ਕਹਿੰਦਾ ਜੋ ਹੀ ਇੱਥੇ ਵਾਪਸ ਆਈ ਹੈ ਆਉਂਦਿਆਂ ਸਾਥ ਹੀ ਉਹਨੇ ਆਪਣਾ ਬੋਰੀ ਬਿਸਤਰਾ ਚੁੱਕ ਲਿਆ। ਕਹਿੰਦਾ ਚੁੱਕ ਕੇ ਤੇ ਕਹਿੰਦੇ ਗਈ ਨਿਕਲ ਗਈ। ਕਹਿੰਦਾ ਅਸੀਂ ਆਖਿਆ ਕਿੱਧਰ ਨੱਸ ਗਈ ਹੈ। ਕਹਿੰਦਾ ਅੱਗੂ ਪਿੱਛੋਂ ਪਤਾ ਕੀਤਾ, ਕਹਿੰਦਾ ਕੋਈ ਨਾ ਖਬਰ ਆਈ ਕਿ ਕੁੜੀ ਗਈ ਕਿੱਧਰ ਹੈ। ਕਹਿੰਦਾ ਬਹਰਹਾਲ ਟੈਨਸ਼ਨ ਹੋ ਗਈ। ਕਹਿੰਦਾ ਮਹੀਨਾ ਗੁਜ਼ਰ ਗਿਆ, 2 ਗੁਜ਼ਰ ਗਏ, 6 ਮਹੀਨੇ ਗੁਜ਼ਰ ਗਏ। ਮੇਰਾ ਭਰਾ ਪੁੱਛੇ ਕਿ ਕੁੜੀ ਤੁਹਾਡੀ ਕਿੱਥੇ ਹੈ, ਕੁੜੀ ਦੀ ਕੋਈ ਖਬਰ ਨਹੀਂ ਆ ਰਹੀ। ਕਹਿੰਦਾ ਮੈਂ ਕਿਹਾ ਸਬਰ ਕਰ ਜਾ, ਉਹ ਕਿਰੇ ਪੜਨ ਵਾਸਤੇ ਗਈ ਹੈ ਤੇ ਆਪੇ ਆ ਜਾਏਗੀ। ਕਹਿੰਦਾ ਉਹ ਵੀ ਮਗਰ ਪਵੇ ਕਿ ਗੱਲ ਕਰਾਓ, ਸਾਡੀ ਗੱਲ ਕਰਾਓ। ਕਹਿੰਦਾ ਲੇਕਿਨ ਗੱਲ ਸ਼ਾਲ ਅਸਾਂ ਕੋ ਨਾ ਕਰਾਈ। ਕਹਿੰਦਾ ਸਾਲ ਗੁਜ਼ਰ ਗਿਆ, ਸਾਲ ਬਾਅਦ ਮੈਨੂੰ ਪਤਾ ਲੱਗਾ ਕਿ ਕਿਸੇ ਕੁੜੀ ਨਾਲ ਰਹਿ ਰਹੀ ਹੈ, ਉਹਦੇ ਨਾਲ ਦੋਸਤੀ ਸੀ ਤੇ ਉਹਦੇ ਨਾਲ ਹੀ ਰਹਿ ਰਹੀ ਹੈ। ਕਹਿੰਦਾ ਜਿਸ ਵੇਲੇ ਉੱਥੇ ਗਏ ਜਾ ਕੇ ਗੱਲ ਕੀਤੀ, ਕਹਿੰਦਾ ਉਹਨੇ ਦੂਸਰੀ ਕੋਈ ਗੱਲ ਨਾ ਕੀਤੀ। ਕਹਿੰਦਾ ਉਹਨੇ ਸਿੱਧੀ ਮਾਰੀ ਮੇਰੇ ਮੂੰਹ ਤੇ ਚੰਡ ਰੱਖ ਕੇ। ਕਹਿੰਦਾ ਮੇਰੀ ਕੁੜੀ ਨੇ ਜਿਸੇ ਮੈਨੂੰ ਚੰਡ ਮਾਰੀ, ਕਹਿੰਦਾ ਇੰਜ ਲੱਗਾ ਕਿ ਸਿੱਧੀ ਮੇਰੇ ਦਿਲ ਤੇ ਆ ਵੱਜੀ ਹੈ। ਕਹਿੰਦਾ ਮੈਂ ਉੱਥੇ ਹੀ ਢਹਿ ਪਿਆ। ਕਹਿੰਦਾ ਜੋ ਹੀ ਟੱਠਾ ਤੇ ਜ਼ਨਾਨੀ ਮੇਰੀ ਨਾਲ ਸੀ, ਕਹਿੰਦਾ ਫਟੋਫਟ ਐਂਬੂਲੈਂਸ ਨੂੰ ਕਾਲ ਕੀਤੀ। ਕਹਿੰਦਾ ਐਂਬੂਲੈਂਸ ਮੈਨੂੰ ਚੁੱਕ ਕੇ ਲੈ ਗਈ। ਕਹਿੰਦਾ ਜਿਸ ਵੇਲੇ ਐਂਬੂਲੈਂਸ ਨੇ ਮੈਨੂੰ ਖੜਿਆ ਤੇ ਕਹਿੰਦਾ ਉਹਨੇ ਦੱਸਿਆ ਕਿ ਤੈਨੂੰ ਇਸ ਤਰ੍ਹਾਂ ਦਿਲ ਦਾ ਅਟੈਕ ਹੋਇਆ। ਕਹਿੰਦਾ ਪਰ ਉਹਨਾਂ ਨੇ ਉੱਥੇ ਜ਼ਾਰੀ ਗੱਲ ਹੈ ਮੈਂ ਕਹਿੰਦਾ ਕੋਈ ਅਰਸਾ ਰਿਹਾ ਮੈਂ ਉੱਥੇ। ਕਹਿੰਦਾ ਉਸ ਤੋਂ ਬਾਅਦ ਦਿਲ ਮੇਰਾ ਬੜਾ